तरीका है ना कि एक बंदे के मिजाज का आपको पता है कि वो एवं तुहानू लांगड़ी पाना चाहता है, वो किधरों गल किधरे होर मिलाएगा। उन्हें कहा जी मिर्जा साहब ने हजरत, अच्छा दसो कि हजरत फातिमा ने कोई गम मिले? किसी ने कहा हाँ जी बड़ा गम मिले। हुण मेरे वर्गा बंदा मैं नहीं बड़े खुश सुनो तो लुडियां पांदे फौत होए ने जी। उन्होंने तो गम ही कोई नहीं देखा, वो तो अपना 1200 एकड़ जमीन अपना बंगले ही रहिंदे सन ते ਉਹ ਸ਼ਹਜ਼ਾਦੀਆਂ ਵਕਣਾ ਰਹਿੰਦੀਆਂ ਸਨ। ਉਹਨਾਂ ਨੇ ਕਿਤੇ ਕੰਮ ਦੇਖਿਆ ਜੀ, ਕੋਈ ਗੱਲ ਹੀ ਕੋਈ ਨਹੀਂ। ਉਹਨਾਂ ਦਾ ਤੇ ਬੰਗਲਾ ਸੀ ਆਪਣਾ ਵਾਪਡਾ ਟਾਊਨ। ਤੇ ਜੇ ਤੁਸੀਂ ਕਹਿਤਾ ਕਿ ਕੰਮ ਸੀ ਬਹੁਤ ਜ਼ਿਆਦਾ ਤੇ ਮਿਰਜ਼ਾ ਸਾਹਿਬ ਨੇ ਜਿਹੜਾ ਕਿਹਾ ਕਿ ਉਹ ਨਾ ਬਦਲਦੇ ਤਾਂ ਤੁਸੀਂ ਫਸ ਕੇ ਫਿਰ ਹੁਣ ਉਹਨਾਂ ਨੇ ਕਹਿਣਾ ਕਿ ਕੰਮ ਹੀ ਕੋਈ ਨਹੀਂ ਸੀ। ਇਹ ਵੀ ਕੋਈ ਕੰਮ ਹੈ? ਇਹ ਕੋਈ ਕੰਮ ਹੁੰਦਾ ਹੈ? ਕੰਮ ਦਾ ਮਤਲਬ ਇਹ ਹੁੰਦਾ? ਉਹ ਤੇ ਬਿਲਕੁਲ ਠੀਕ ਸਨ। ਤੇ ਐਸ ਕਰਕੇ ਕੇਅਰਫੁਲੀ ਆਪਣਾ ਹਰ ਜਜ਼ਬਾਤੀ ਹੋ ਕੇ ਜਵਾਬ ਨਾ ਦਿਆ ਕਰੋ ਤੁਸੀਂ। ਤੇ ਲਾਮਾ ਸਾਹਿਬ ਤੋਂ ਇਹ ਦਰਖਾਸਤ ਹੈ ਕਿ ਸਾਨੂੰ ਨਾ ਤੁਸੀਂ ਮੁਸਲਮਾਨ ਕਰੋ, ਆਪਣੀ ਤਬਲੀਗ ਕਰੋ। ਹਜ਼ਰਤ ਆਪਣਾ ਅੰਮ੍ਰਿਤਸਰੀ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਓ। ਉਹਨਾਂ ਨੇ ਰਸੂਲ ਅੱਲਾਹ ਦੀ ਖਾਤਰ ਕੀ ਕੁਰਬਾਨੀ ਕੀਤੀ, ਇਸਲਾਮ ਦਾ ਕਿਸ ਤਰ੍ਹਾਂ ਨਾਮ ਬੋਲ ਬਾਲਾ ਕੀਤਾ। ਮੁਹੰਮਦ ਹੁਸੈਨ ਬਟਾਲਵੀ ਰਹਿਮਤੁल्लाह ਅਲੈਹ ਜਦੋਂ ਫੌਤ ਹੋਣ ਤੋਂ ਪਹਿਲੇ ਉਹ ਅੱਧੀ ਰਾਤ ਨੂੰ ਮੁਸੱਲੇ ਤੇ ਖਲੋਤੇ ਸਨ, ਉਹਨਾਂ ਨੇ ਕਿਹਾ ਅੱਲਾਹੁ ਅਕਬਰ ਬਿਸਮਿਲ੍ਲਾ, ਨਾਲ ਹੀ ਫੌਤ ਹੋ ਗਏ। ਤੁਸੀਂ ਉਹ ਬੜੀ ਦਰਦਨਾਕ ਕਹਾਣੀ ਸੁਣਾਉਂਦੇ ਹੁੰਦੇ, ਉਹ ਸੁਣਾਇਆ ਕਰੋ ਸਾਨੂੰ। ਤੇ ਹਰ ਵਕਤ ਮਿਰਜ਼ਾ ਸਾਹਿਬ ਤੁਸੀਂ ਮਰਜ਼ਈਆਂ ਤੋਂ ਜ਼ਿਆਦਾ ਤਬਲੀਗ ਪੇ ਕਰਦੇ ਹੋ, ਮਰਜ਼ਈਆਂ ਦੀ ਮੁਫਤ ਹੀ 'ਚੋਂ ਵੀ। ਹਾਲਾਂਕਿ ਉਹਨਾਂ ਨੇ ਤੁਹਾਨੂੰ ਕੋਈ ਪੈਸੇ ਪੂਹੇ ਦੇਣੇ ਨਹੀਂ, ਨਾ ਤੁਹਾਨੂੰ ਵੀਜ਼ਾ ਦੇਣਾ, ਕੁਝ ਵੀ ਨਹੀਂ। ਤੁਸੀਂ ਪੱਕੇ ਹੋ ਗਏ ਹੋ ਇਟਲੀ 'ਚ। ਤੇ ਇਹ ਬੱਚਿਆਂ ਤੇ ਰਹਿਮ ਸ਼ਹਿਮ ਖਾਇਆ ਕਰੋ ਤੁਸੀਂ। ਆਪਣਾ ਇਹ ਲਾਂਗੜੀ ਪਾਣੀ ਹੈ ਤੇ ਚੌਹਾਨ ਨੂੰ ਪਾ ਲੈਣ, ਲੰਮਾ ਪਾ ਲਓ। ਮੈਂ ਬੜਾ ਤੰਗ ਆ ਰਿਹਾ ਤੋਂ। ਮਿਰਜ਼ਾ ਮਸਰੂਰ ਨੂੰ ਲੰਮਾ ਪਾ ਜਿਹੜਾ ਵੈਸੇ ਡਿੱਗਣ ਵਾਲਾ। ਅਲਾਮਾ ਸਾਹਿਬ ਚਲੇ ਗਏ ਨੇ। ਉਹ ਚੌਹਾਨ ਮਰਦਾ ਹੀ ਕੰਜਰਖਾਨਾ ਦੇ ਸਰਦਾਰ ਨੂੰ ਲੰਮਾ ਪਾ ਲੈਣਾ। ਉਹ ਚੌਹਾਨ ਚ ਮੁਨੇ ਗੱਲ ਸੁਣ, ਚੌਹਾਨ ਚ ਮੁਨੇ ਸੁਣਾ ਗੱਲ ਬੰਬਾਸਟਕ ਮਰ ਜਾਈ। ਕੀ ਕਹਿਣਾ ਤੂੰ? ਉਹ ਜਿਹੜਾ ਇੱਕ ਬਾਬਾ ਤੂੰ ਲੈ ਆਇਆ ਟਿਕਟੌਕ ਤੋਂ ਲੈ ਕੇ ਆਇਆ, ਜਿਹੜਾ ਮਰਦਾ ਮਸਰੂਰ ਕੰਜਰਖਾਨੇ ਦਾ ਸਰਦਾਰ ਬਣ ਕੇ ਬੈਠਾ ਹੈ, ਜਿੱਥੇ ਹਰ ਕੋਈ ਲੱਗਾ ਹੋਇਆ ਹੈ, ਤੁਹਾਡੀਆਂ ਮਾਵਾਂ ਭੈਣਾਂ ਦੇ ਨਾਲ ਜ਼ਨਾ ਕਰ ਰਿਹਾ ਹੈ, ਉਹਦਾ ਵੀ ਕੁਛ ਕਰੋ ਯਾਰਾ। ਤੂੰ ਆਪਣੀ ਮਾਂ ਭੈਣ ਮੁਬਸ਼ਰ ਵੀ ਲੱਗਾ ਹੋਇਆ ਹੈ, ਲਫੰਗਾ ਖੋਤਾ ਸਾਲਾ ਵੀ ਲੱਗਾ ਹੋਇਆ, ਉਹਦਾ ਵੀ ਕੁਛ ਕਰੋ। ਲਫੰਗਾ ਖੋਤਾ ਸਾਲਾ ਉਹਦਾ ਕੀ ਕਰਨਾ ਚਾਹੀਦਾ? ਬੰਬਾਸਟਕ ਮਰਦਾਈ। ਉਹਨਾਂ ਦੇ ਕੰਨ ਲੀਕ ਹੋਣੇ। ਤੁਹਾਡਾ ਤਾਂ ਖਲੀਫਾ ਅਸਲਾ ਵੀ ਨੰਗੀ ਔਰਤਾਂ ਨੂੰ ਵੇਖ ਕੇ ਕਰਦਾ ਹੈਗਾ। ਮੈਨੂੰ ਨੰਗਾ ਦੇਖਿਆ ਬੰਬਾਸਟਕ ਮਰਦਾਈ ਹੈ, ਬੰਬਾਸਟਕ ਮਰਦਾਈ। ਤੁਹਾਡਾ ਖਲੀਫਾ ਤੇ ਨੰਗੀ ਔਰਤਾਂ ਦਾ ਹੀ ਸ਼ੌਕੀਨ ਹੈਗਾ ਸੀ, ਤੇ ਨਾਲ ਆਪਣੀਆਂ ਬੀਵੀਆਂ ਦੇ ਨਾਲ ਰਜ਼ਨਾ ਵੀ ਕਰਾਉਂਦਾ ਸੀ। ਤੁਹਾਡੇ ਤੇ ਖਲੀਫੇ ਹੀ ਰਾਮਜ਼ਾਦੇ ਨਿਕਲੇ ਅੱਗੋਂ। ਬੰਬਾਸਟਕ ਮਰਦਾਈ, ਬੰਬਾਸਟਕ ਮਰਦਾਈ, ਤੁਹਾਡੇ ਤੇ ਖਲੀਫੇ ਹੀ ਰਾਮਜ਼ਾਦੇ ਨਿਕਲੇ। ਮਿਰਜ਼ਾ ਮਸਰੂਰ ਆਪਣੀ ਬੀਵੀਆਂ ਨਾਲ ਜ਼ਨਾ ਕਰਵਾਉਂਦਾ ਸੀ ਲੋਕਾਂ ਕੋਲੋਂ। ਬੰਬਾਸਟਕ ਮਰਦਾਈ, ਜ਼ਨਾਕਾਰਾਂ ਦੀ ਔਲਾਦ ਓਏ ਹਰਾਮਜ਼ਾਦਿਆਂ ਨੂੰ ਖਲੀਫੇ ਬਣਾ ਕੇ ਬੈਠੇ। ਉੱਤੋਂ ਕਹਿੰਦੇ ਖੁਦਾ ਨੇ ਬਣਾ ਦਿੱਤਾ। ਤੂੰ ਵੀ ਕੋਈ ਹਰਾਮਜ਼ਾਦਾ, ਕੋਈ ਜ਼ਨਾ ਦੀ ਔਲਾਦ ਦੀ ਧੀ ਲੱਗਦਾ। ਵਧਾਈ ਤੂੰ ਵੀ ਜ਼ਨਾ ਦੀ ਔਲਾਦ ਲੱਗ ਰਹੀ ਹੈ ਮੈਨੂੰ। ਵਧਾਈ ਤੂੰ ਵੀ ਜ਼ਨਾ ਹੀ ਕਰਵਾਉਂਦਾ ਰਿਹਾ, ਹੁਣ ਵੀ ਟਿਕ ਮਰਵਾਉਂਦਾ ਰਿਹਾ। ਵਧਾਈ ਤੁਹਾਡਾ ਖਲੀਫਾ ਵੀ ਜਿਹੜਾ ਸੀ ਉਹਦੀ ਲੋਡੇਬਾਜ਼ੀ ਕਰਵਾਉਂਦਾ ਰਿਹਾ, ਕਰਦਾ ਵੀ ਰਿਹਾ, ਕਰਵਾਉਂਦਾ ਵੀ ਰਿਹਾ। ਛੋਟੇ ਹੁੰਦੇ ਕਰਵਾਉਂਦੇ ਨੇ, ਵੱਡੇ ਹੋ ਕੇ ਕਰਦੇ ਨੇ, ਫੇਰ ਵੱਡੇ ਹੋ ਕੇ ਹੋਰ ਵੱਡੇ ਹੁੰਦੇ ਨੇ, ਫੇਰ ਕਰਵਾਉਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਲੋਡੇਬਾਜ਼ੀਆਂ ਦੀ ਔਲਾਦ ਹੋ ਮਰਜ਼ਾਈਓ, ਜ਼ਨਾਕਾਰਾਂ ਦੀ ਬਦਕਾਰਾਂ ਦੀ ਔਲਾਦ, ਨੰਗੇ ਖਲੀਫੇ ਤੁਹਾਡੇ ਬਦਮਾਸ਼। ਤੁਸੀਂ ਬਦਮਾਸ਼ ਖਲੀਫਿਆਂ ਨੂੰ ਕਹਿੰਦੇ ਹੋ ਖੁਦਾ ਨੇ ਬਣਾ ਦਿੱਤਾ ਹੈ। ਕਿਉਂ ਬੰਬਾਸਟਕ ਮਰਦਾਈ? ਉਹ ਜ਼ਨਾਕਾਰਾਂ ਦੀ ਔਲਾਦ, ਬੰਬਾਸਟਕ ਜ਼ਨਾਕਾਰਾਂ ਦੀ ਔਲਾਦ, ਉਹ ਕੁੱਤਿਆਂ ਦੀ ਔਲਾਦ, ਉਹ ਹਰਾਮਜ਼ਾਦੇ ਖਲੀਫਿਆਂ ਦੀ ਔਲਾਦ। ਓਏ ਉਹ ਹੀਰੇ ਖਲੀਫਾ ਨੂੰ ਤੁਸੀਂ ਕਦੀ ਮਰਦਾਨਗੀ ਦਾ ਟੀਕਾ ਹੀ ਲਵਾ ਦਿਓ, ਕੀ ਹੋ ਜਾਂਦਾ ਹੈ? ਇੱਕ ਟੀਕੇ ਦੀ ਗੱਲ ਹੈ ਨਾ।
ਉਹਨੂੰ ਕਦੀ ਪ੍ਰਧਾਨਗੀ ਦਾ ਟੀਕਾ ਲਾ। ਉਹ ਕੁੜੀਆਂ ਦੀਆਂ ਰੋਟੀਆਂ ਹੀ ਚੈੱਕ ਕਰਨ ਵਾਸਤੇ ਆਇਆ ਹੈ। ਉਹ ਕੁੜੀਆਂ ਦੀਆਂ ਰੋਟੀਆਂ ਹੀ ਚੈੱਕ ਕਰਨ ਆਇਆ ਹੈ। ਉਹ ਤੇਰੀ ਮਾਂ ਭੈਣਾਂ ਦੀਆਂ ਰੋਟੀਆਂ ਚੈੱਕ ਕਰਦਾ ਰਹਿੰਦਾ ਖਲੀਫਾ। ਉਹ ਬੰਬਾਸ ਸਿੰਘ ਮਰਜ਼ਾਈ, ਤੇਰੀ ਮਾਂ ਭੈਣ ਦੀ ਵੀ ਚੀਜ਼ਾਂ ਤੁਸੀਂ ਆਪਣੀਆਂ ਧੀਆਂ ਵੀ ਭੇਜਦੇ ਹੋ। ਖਲੀਫਾ ਜੀ ਮੇਰੀ ਧੀ ਲੈ ਲਓ, ਇਹਦੀ ਰੋਟੀ ਚੈੱਕ ਕਰਕੇ ਮੈਨੂੰ ਵਾਪਸ ਕਰ ਦੇਣਾ। ਕਿਉਂ ਬੰਬਾਸ ਸਿੰਘ ਮਰਜ਼ਾਈ? ਆਪਣੀ ਮਾਂ ਭੈਣ ਵੀ ਤੂੰ ਭੇਜਣਾ ਨਾ। ਇਹਦੀ ਇੱਕ ਇਹ ਖੱਬੀ ਵਾਲੀ ਰੋਟੀ ਇਹਦੀ ਚੈੱਕ ਕਰਕੇ ਸਾਨੂੰ ਭੇਜਣਾ ਹੈ ਨਾ ਬੰਬਾਸ ਸਿੰਘ ਮਰਜ਼ਾਈ? ਜੰਮਾ ਸਾਹਿਬ ਦੇ ਮੂੰਹ ਤੇ ਆ ਸ਼ਰਮ ਨਹੀਂ ਆਉਂਦੀ ਤੈਨੂੰ ਬੰਬਾਸ ਸਿੰਘ ਮਰਜ਼ਾਈ? ਤੂੰ ਆਪਣੀਆਂ ਧੀਆਂ ਦੀਆਂ ਰੋਟੀਆਂ ਚੈੱਕ ਕਰਵਾਉਣਾ। ਓਏ ਆਪਣੀਆਂ ਧੀਆਂ ਦੀਆਂ ਰੋਟੀਆਂ ਚੈੱਕ ਕਰਾਉਣਾ ਖਲੀਫਾ ਕੋਲੋਂ। ਤੁਹਾਡਾ ਖਲੀਫਾ ਇਸ ਲਈ ਆਇਆ ਕੰਜਰ ਖਲੀਫਾ, ਕੰਜਰ ਖਾਨੇ ਦਾ ਸਰਦਾਰ ਖਲੀਫਾ ਇਸ ਲਈ ਬਣਾਇਆ ਤੁਸੀਂ? ਖੁਦਾ ਦਾ ਖਲੀਫਾ ਹੈ ਬੰਬਾਸ ਸਿੰਘ ਮਰਜ਼ਾਈ, ਖੁਦਾ ਦਾ ਖਲੀਫਾ ਤੁਸੀਂ ਤੁਹਾਡੀਆਂ ਮਾਵਾਂ ਭੈਣਾਂ ਦੇ ਪੇੜੇ ਚੈੱਕ ਕਰਦਾ ਰਹੇ। ਮੋਟਾ ਪੇੜਾ ਹੈ, ਛੋਟਾ ਪੇੜਾ ਹੈ, ਇਹਨੂੰ ਸੇਕ ਲਿਆ ਕੇ ਲਗਵਾ ਹੈ ਬੰਬਾਸ ਸਿੰਘ ਮਰਜ਼ਾਈ। ਉਹ ਹਰਾਮਜ਼ਾਦਿਆ, ਉਹ ਹਰਾਮਜ਼ਾਦਿਆ ਬੰਬਾਸ ਸਿੰਘ ਮਰਜ਼ਾਈ, ਤੁਹਾਡੇ ਖਲੀਫੇ ਵੀ ਹਰਾਮਜ਼ਾਦੇ ਤੇ ਤੁਸੀਂ ਵੀ ਸਾਰੇ ਹਰਾਮਜ਼ਾਦੇ। ਇਹਦੀ ਕੀ ਵਜ੍ਹਾ ਹੈ? ਕਿਉਂ ਬੰਬਾਸ ਸਿੰਘ ਮਰਜ਼ਾਈ ਤੁਸੀਂ ਹਰਾਮਜ਼ਾਦੇ ਕਿਉਂ? ਤੁਹਾਡਾ ਖਲੀਫਾ ਕਿਉਂ ਹਰਾਮਜ਼ਾਦੀ ਹੈ? ਇਹ ਕੁੱਤਿਆਂ ਦੀ ਔਲਾਦ ਕਿੱਥੋਂ ਨਿਕਲ ਆਈ ਹੈ ਜਿਹਨੂੰ ਤੁਸੀਂ ਖੁਦਾ ਦੇ ਬਣਾਇਆ ਹੈ? ਬੰਬਾਸ ਸਿੰਘ ਮਰਜ਼ਾਈ, ਬੰਬਾਸ ਸਿੰਘ ਮਰਜ਼ਾਈ ਆਪਣੀ ਧੀ ਨੂੰ ਭੇਜਦਾ ਹੈ। ਇਹਦੇ ਪੇੜੇ ਚੈੱਕ ਕਰੋ ਖਲੀਫਾ ਜੀ, ਖਲੀਫਾ ਜੀ ਇਹਦੇ ਪੇੜੇ ਚੈੱਕ ਕਰੋ। ਮੇਰੀ ਧੀ ਆ ਗਈ ਹੈ, ਇਹ ਦੇਖਣਾ ਇਹਦੇ ਪੇੜੇ ਕਿ ਨਹੀਂ, ਇਹਦੇ ਜਾ ਕੇ ਆ ਕੇ ਚੈੱਕ ਕਰੋ। ਹਰਾਮਜ਼ਾਦੇ ਖਲੀਫੇ, ਹਰਾਮਜ਼ਾਦੇ ਮਰਜ਼ਾਈ, ਹਰਾਮਜ਼ਾਦੇ ਖਲੀਫੇ, ਕੁੱਤਿਆਂ ਦੀ ਔਲਾਦ, ਸੂਰਾਂ ਦੀ ਔਲਾਦ, ਮਾਵਾਂ ਭੈਣਾਂ ਦੇ ਨਾਲ ਜ਼ਨਾ ਕਰਨ ਵਾਲੇ ਹਰਾਮੀ। ਲਫੰਗਾ ਖੋਤਾ ਸਾਲਾ ਵੀ ਲੱਗਿਆ ਹੋਇਆ ਹੈ, ਡਾਕਟਰ ਮੁਬਸ਼ਰ ਵੀ ਲੱਗਿਆ ਹੋਇਆ ਹੈ, ਆਮਰ ਇਰੈਕਸ਼ਨ ਪ੍ਰੋਬਲਮ ਵੀ ਲੱਗਿਆ ਹੋਇਆ ਹੈ, ਕੰਜਰਖਾਨਾ ਖੋਲਿਆ ਹੋਇਆ ਹੈ। ਜੰਮੇ ਦੇ ਮੂੰਹ ਤੇ ਪੱਦ ਮਾਰੋ, ਹਵਾਏ ਬਾतें करे, इधर उधर लहराए मेरे लाल दुपट्टा मलमल का पद्दू पद्दू, जम्बू है पद्दू, जम्बू है पद्दू। ਮਿਰਜ਼ਾ ਮਸਰੂਰ ਕੰਜਰ ਕਰਵਟਿਆ ਹੋਇਆ ਹੈ, ਕੰਜਰਖਾਨਾ ਖੁੱਲਿਆ ਹੋਇਆ ਹੈ, ਜਨਾਕਾਰੀ ਹੋ ਰਹੀ ਹੈ, ਬਦਕਾਰੀ ਹੋ ਰਹੀ ਹੈ। ਬੰਬਾਸਟਿਕ ਆਪਣੀਆਂ ਧੀਆਂ ਭੈਣਾਂ ਭੇਜ ਰਿਹਾ ਹੈ, ਅਮਲਾ ਅਯਾਸ਼ੀ ਕਰ ਰਿਹਾ ਹੈ, ਖਲੀਫਾ ਰੋਟੀਆਂ ਚੈੱਕ ਕਰ ਰਿਹਾ ਹੈ। ਇਹ ਪੇੜਾ ਮੋਟਾ ਹੈ, ਇਹ ਪੇੜਾ ਛੋਟਾ ਹੈ, ਇਹਨੂੰ ਸੇਕ ਲਵਾ ਕੇ ਲਿਆਓ। ਇਹ ਜ਼ਰਾ ਨਰਮ ਹੈ, ਇਹ ਜ਼ਰਾ ਮੋਟੀ ਹੈ, ਇਹਨੂੰ ਜ਼ਰਾ ਸੇਕ ਲਵਾ ਕੇ। ਹਰਾਮਜ਼ਾਦਿਆ, ਹਰਾਮਜ਼ਾਦਿਆ ਬੰਬਾਸਟਕਾ, ਉਹ ਤੂੰ ਕੁੱਤਿਆਂ ਦੀ ਔਲਾਦ ਕਿਉਂ ਨਿਕਲਿਆ? ਜਾ ਚੱਕ ਕੇ ਚੈੱਕ ਕਰੀ ਆਪਣੀ ਮਾਂ ਨੂੰ, ਚਾਉਂ ਚਾਉਂ ਕਰੇਗੀ ਕਿਉਂਕਿ ਤੂੰ ਕੁੱਤਿਆਂ ਦੀ ਔਲਾਦ ਹੈ। ਤੇਰਾ ਪਿਓਰ ਸ਼ੂਗਰ ਸੀ, ਉਹਨੇ ਤੇਰੀ ਮਾਂ ਦੇ ਨਾਲ ਜ਼ਨਾ ਕੀਤਾ, ਕੁੱਤਿਆਂ ਦੇ ਨਾਲ। ਤੇਰਾ ਜੈਸਾ ਹਰਾਮਜ਼ਾਦਾ ਨਿਕਲਿਆ ਕੁੱਤਾ ਜਿਹੜਾ ਭੌਂਕਦਾ ਰਹਿੰਦਾ ਹਰ ਵੇਲੇ ਕੁੱਤਾ ਭੌਂਕਦਾ ਰਹਿੰਦਾ। ਕਿਉਂ ਕੁੱਤਿਆ ਭੌਂਕਦਾ ਕਿਉਂ ਨਹੀਂ? ਭੌਂਕ ਕੁੱਤੇ, ਭੌਂਕ ਕੁੱਤੇ ਭੌਂਕ। ਪਤਾ ਕਿਵੇਂ ਲੱਗੇਗਾ ਤੇਰੀ ਮਾਂ ਕੁੱਤੀਆ ਸੀ? ਉਹ ਬੰਬਾਸਟਿਕ ਹਰਾਮਜ਼ਾਦੇ, ਉਹ ਭੌਂਕੇਗਾ ਨਹੀਂ ਤੇ ਤੇਰੀ ਔਕਾਤ ਕਿਵੇਂ ਪਤਾ ਚੱਲੇਗੀ? ਹਰਾਮਜ਼ਾਦਿਆਂ ਦੀ ਗੰਦੀ ਔਲਾਦ, ਹਰਾਮਜ਼ਾਦੇ ਖਲੀਫੇ ਤੇ ਹਰਾਮਜ਼ਾਦੇ ਤੁਸੀਂ ਮਰਜ਼ਾਈ। ਉਹ ਕੁੱਤਿਆ ਭੌਂਕ, ਉਹ ਕੁੱਤਿਆ ਚੁੱਪ ਕਿਉਂ ਕਰ ਗਿਆ? ਤੇਰੀ ਮਾਂ ਕੁੱਤਿਆ ਹੈ ਤੇ ਤੈਨੂੰ ਪਤਾ ਕਿਵੇਂ ਲੱਗੇਗਾ? ਤੂੰ ਕੁੱਤਿਆ ਭੌਂਕੇਗਾ ਨਹੀਂ ਤੇ ਪਤਾ ਕਿਵੇਂ ਚੱਲੇਗਾ ਤੂੰ ਕੁੱਤਾ ਹੈ? ਹਰਾਮਜ਼ਾਦਿਆ ਬੰਬਾਸਟਿਕ ਮਰਜ਼ਾਈਆ। ਹੁਣ ਤੇਰਾ ਹਾਸਾ ਕਿੱਥੇ ਚਲਾ ਗਿਆ? ਪਿੱਠ 'ਚ ਵੜ ਗਿਆ ਤੇਰੀ? ਹਰਾਮਜ਼ਾਦੇ ਬੰਬਾਸਟਿਕ ਮਰਜ਼ਾਈ। ਹੱਸ ਹੁਣ ਹੱਸ। ਹਰਾਮਜ਼ਾਦਿਆਂ ਦੀ ਗੰਦੀ ਔਲਾਦ, ਕੁੱਤੇ ਸੂਰਾਂ ਦੀ ਗੰਦੀ ਔਲਾਦ, ਖਲੀਫੇ ਕੁੱਤੇ ਖਲੀਫੇ, ਹਰਾਮਜ਼ਾਦੇ ਕੁੱਤੇ ਖਲੀਫੇ ਤੇ ਹਰਾਮਜ਼ਾਦੇ ਤੁਸੀਂ ਮਰਜ਼ਾਈ, ਮਾਵਾਂ ਭੈਣਾਂ ਦੇ ਨਾਲ ਜ਼ਨਾ ਕਰਨ ਵਾਲੇ ਬਦਕਾਰ। ਉਹ ਭੌਂਕਦਾ ਕਿਉਂ ਨਹੀਂ ਓਏ? ਉਹ ਕੁੱਤੇ ਭੌਂਕ, ਬੋਲ ਕੁੱਤਿਆ। ਤੇਰੀ ਮਾਂ ਨਾਲ ਬੜਾ ਜ਼ਨਾ ਹੈ। ਹਰਾਮਜ਼ਾਦੇ ਆਪਣੀ ਮਾਂ ਦੇ ਨਾਲ ਜ਼ਨਾ ਕਰਕੇ ਆਏ ਤੂੰ ਕੁੱਤੀ ਦੇ ਨਾਲ। ਬਾਹਰ ਨਿਕਲ ਕੇ ਨਾਲ ਹੀ ਕੁੱਤੀ ਮਾਂ ਦੇ ਨਾਲ ਜ਼ਨਾ ਕਰਨਾ ਸ਼ੁਰੂ ਹੋ ਜਾਏਗਾ। ਹਰਾਮਜ਼ਾਦੇ,
ਆਪਣੀ ਮਾਂ ਦੇ ਵਿੱਚੋਂ ਨਿਕਲ ਕੇ ਆਪਣੀ ਮਾਂ ਦੀ ਦੁਬਰ ਚੋਂ ਨਿਕਲ ਕੇ ਉਹਦੇ ਨਾਲ ਤੂੰ ਜ਼ਨਾ ਕਰਨਾ ਨਾ ਸੂਰ ਮਾਂ ਸੂਰ ਪਿਓ ਮਾਂ ਕੁੱਤੀ ਤੇ ਨਿਕਲ ਵਾਲਾ ਬੰਬਾਸਟਿਕ ਮਰਦਾ ਪਿਓ ਸੂਰ ਮਾਂ ਕੁੱਤੀ ਤੇ ਦਿੱਤਾ ਬੱਚਾ ਬੰਬਾਸਟਿਕ ਜੈਸਾ ਹਰਾਮਜ਼ਾਦਾ ਜਿਹੜਾ ਕਹਿੰਦਾ ਆਪਣੀ ਮਾਂ ਨਾਲ ਜ਼ਨਾ ਕਰਕੇ ਕਹਿੰਦਾ ਔਲਾਦ ਕਿਹਨਾਂ ਦੀ ਨੰਗੀਆਂ ਔਰਤਾਂ ਨੂੰ ਵੇਖਣ ਵਾਲੇ ਸ਼ੌਕੀਨ ਪੈਰਿਸ ਜਾਣਾ ਹੈ ਨੰਗੀ ਔਰਤ ਵੇਖੀ ਹੈ ਟਾਈਮ ਥੋੜਾ ਹੈ ਮੌਕਾ ਮਿਲ ਨਹੀਂ ਰਹਾ ਅਖੀਰ ਨੰਗੀ ਔਰਤਾਂ ਦੇਖ ਲਈਆਂ ਠੰਡ ਪਾ ਲਈ ਤੁਸੀਂ ਫਿਰ ਕਹਿੰਦੇ ਇਹ ਸਾਡਾ ਮੁਸਲਿਮ ਮੌਦ ਹੈ ਇਹ ਨੰਗੀ ਔਰਤਾਂ ਨੂੰ ਵੇਖਦਾ ਫਿਰ ਇਸਲਾਹ ਸ਼ੁਰੂ ਕਰਦਾ ਐਡੇ ਬੇਸ਼ਰਮ ਮਰਦਾਈ ਨੇ ਦੰਦ ਵੀ ਕੱਢਦੇ ਨੇ ਨਾਲ ਤੇ ਉਹ ਜੀ ਫੇਰ ਕੀ ਹੋ ਗਿਆ ਜੇ ਨੰਗੀ ਔਰਤਾਂ ਵੇਖ ਲੀਆਂ ਉਹ ਤੁਸੀਂ ਆਪਣੀਆਂ ਮਾਵਾਂ ਭੈਣਾਂ ਭੇਜ ਦਿੰਦੇ ਖਲੀਫਾ ਜੀ ਇਹਨਾਂ ਨਾਲ ਦੇਖ ਲਓ ਨੰਗਾ ਕਰਕੇ ਥਾਂ ਥਾਂ ਧੱਕੇ ਖਾਣ ਦੀ ਕੀ ਜ਼ਰੂਰਤ ਹੈ ਮੁਬਾਸ਼ਕ ਮਰਦਾਈ ये गुलाम नबी यही कहता था ਹੁੰਦਾ ਕਿਉਂ ਨਹੀਂ ਹੋਇਆ ਕੁੱਤਿਆ ਭੌਂਕ ਕੁੱਤੇ ਭੌਂਕ ਪਤਾ ਚੱਲੇ ਕਿ ਤੇਰੀ ਮਾਂ ਕੁੱਤੀ ਸੀ ਤੇਰਾ ਪਿਓ ਸੂਰ ਸੀ ਉਹ ਕੁੱਤਿਆ ਭੌਂਕ ਹੋਰ ਭੌਂਕ ਕੁੱਤਿਆ ਮਰਜ਼ਾਈ ਕੁੱਤਿਆ ਤੁਹਾਡਾ ਖਲੀਫਾ ਕਹਿੰਦਾ ਲੱਗਿਆ ਹੋਇਆ ਹੈ ਮਿਰਜ਼ਾ ਮਸਰੂਰ ਲੱਗਿਆ ਹੋਇਆ ਹੈ ਲਫੰਗਾ ਖੋਤਾ ਸਾਲਾ ਲੱਗਿਆ ਹੋਇਆ ਹੈ ਤੁਹਾਨੂੰ ਸ਼ਰਮ ਕੋਈ ਨਹੀਂ ਤੁਸੀਂ ਕਹਿੰਦੇ ਹੀ ਫੇਰ ਕੀ ਹੋ ਗਿਆ ਸਾਡਾ ਕੁੱਤਾ ਖਲੀਫਾ ਜੇ ਜ਼ਰਾ ਕਰ ਲੈਂਦੇ ਤੇ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਕੁੱਤਾ ਖਲੀਫਾ ਮਿਰਜ਼ਾ ਮਸਰੂਰ ਕੁੱਤਾ ਜੇ ਜ਼ਨਾ ਕਰ ਰਿਹਾ ਤੇ ਫੇਰ ਹੈ ਤੇ ਕੁੱਤਾ ਹੀ ਨਾ ਉਹ ਕੁੱਤਿਆਂ ਨੇ ਜ਼ਨਾ ਹੀ ਕਰਨਾ ਹੁੰਦਾ ਨਾ ਹੋਰ ਕੀ ਕਰਨਾ ਉਹਨਾਂ ਨੇ ਕੁੱਤੇ ਦਾ ਤਾਂ ਕੰਮ ਹੀ ਹੈਗਾ ਮਿਰਜ਼ਾ ਮਸਰੂਰ ਕੁੱਤਾ ਤੇ ਉਹੋ ਜੇ ਤੁਸੀਂ ਕੁੱਤੇ ਖਲੀਫੇ ਦੇ ਕੁੱਤੇ ਪੈਰੋਕਾਰ competition. Just a short paragraph जी अस्सलाम वालेकुम वरहमतुल्लाहि वबरकातुहू। वालेकुम सलाम। जी हुसैन साहब की हाल ठीक? क्या हुआ सर साहब क्या हो गया? जवान साहब तजदीद कर रहे थे। मैं तो सो गया था बीच में। क्या हुआ मुबास्तिक साहब? मैं तो सो गया था। ये सैनी साहब जी जी सैनी साहब एक बात बताइए, जो गुलाम नबी अहमदी साहब थे चौहान साहब के वालिद साहब, जा ये जब फौत हुए हैं ये अहमदी थे कि ये भी जंबे बन गए थे? अहमदी थे, मुखलिस अहमदी मुखलिस। जा तो ये जो स्टोरी सुनाते हैं वो बेश्ती मकबरा रब्बा में दफन है। हुई तो ये जो चौहान साहब हैं ये अपने अब्बे की कहानियां सुनाते हैं कि मेरे अब्बा जी ये करते थे ये करते थे ये करते थे। इसे शर्म नहीं आती अपनी अम्मा अब्बा के ये सारी स्टोरियां यहाँ पे सुनाता है बाबा जी? बहुत जुल्म हुआ इनके खानदान के साथ, वो बहुत ही जुल्म हुआ है। जब बेचारा तड़फता रहता है पीर पेंगे शाह इसको बेचारे को रेबीज के टीके लगवाने चाहिए, वो भी टेढ़े च को 12 फिर इनको अकल आए। हर वक्त बेचारा तड़फता रहता है। ऐसी को भैड़ी बीमारी है, लेकिन आप अच्छा करते हैं किसी को उतारते नहीं, बेचारे की फ्रस्ट्रेशन दूर हो जाती है, कल्ला रहता है। ये बेचारा ही भौंकदा जिवें कुत्ते दे सिर चिट वजी हुंदी है। चले बाहर आ किसकी बात कर रहे हैं आप? चौहान की। ओ यार अली और किधर गया चला सा तू? अपना कश्मीरी तेरा शिकार इत्थे आया यार। मैं थले आज सस के तेरी वो कहता सारी सब किसी बदमाशी दी सारी गल सुनी बहुत यार मैं करया सस के यार तेनू आना चाहिए उत्ते यार, तू अपना किथे चला गया यार। ਉਹ ਅੱਜ ਕੱਲ ਇਹਨੇ ਕੋਈ ਬਾਬਾ ਲੱਭਿਆ, ਉਹ ਵੀ ਆ ਗਿਆ ਕੋਈ, ਉਹ ਵੀ ਉਹ ਕਹਿੰਦਾ ਮਰਜ਼ਈਓ ਕਾਦੀਆਨੀਓ ਖਲੀਫਿਆਂ ਨੂੰ ਪੈਸੇ ਦਿੰਦੇ ਹੋ, ਉਹ ਮੌਜਾਂ ਕਰਦੇ ਪਏ ਨੇ, ਮੈਂ ਤਾਂ ਮਰ ਗਿਆ, ਮੈਂ ਭੁੱਖਾ ਰਹਿ ਕੇ। ਉਹ ਫਿਰ ਤੁਹਾਨੂੰ ਜਮਾਤੋਂ ਬਾਹਰ ਕੱਢ ਦਿੰਦੇ ਨੇ, ਉਹਨਾਂ ਨੂੰ ਤੁਸੀਂ ਮਜ਼ਬੂਤ ਕਰ ਦਿਓ, ਫਿਰ ਤੁਹਾਡਾ ਖਰਾਜ ਕਰ ਦਿੰਦੇ ਨੇ। ਤੋ ਇਹ ਇਹਨੇ ਕੋਈ ਹੋਰ
जम्बा साहब की कोई ताजा बैत हुई है किसी बाबे की लगता है? मैं ना आपको बताऊं बात, ये ना कल बैठा, कल परसों की बात है, इसके सामने वो यूटी हजरत मसीह मौत को नंगी गालियां दे रहा, और ये इतना बदबख्त है, उसके सामने बैठा, वो बैठा हुआ था और नंगी गाली दे रहा। मैं सोच रहा था आप ये बात क्यों समझते हैं कि वो हजरत मसीह मौत को मानता है? वो बेचारा नबी करीम को भी नहीं मानता, इस्लाम को भी नहीं, वो रसूल अल्लाह को भी इसी तरह गालियां निकाले। फर्क सिर्फ ये है वहाँ पे ये यार निकालते कर लेंगे, अगर फर्क ये है कि उस जो सरकारी मुसलमानों के साथ वो उसको हमने तो कभी ऑन नहीं करना। सरकारी मुसलमान भी थाली के बैंगन है, वो भी कभी ईसाइयां नाल मिल जाते हैं, कभी किसी नाल, तो उधर उसकी बन जाती है। हमने तो कभी उसको कबूल नहीं करना। अदरवाइज इसका कोई दीन नहीं है। आज तक तुमने कभी देखा है कि जिसने जमात अहमदिया को छोड़ा हो वो कभी किसी बनने लगा हो? कभी नहीं होता। ये इसी तरह तड़प रहते हैं। और ये इसकी सबसे बड़ी ये मिसाल देखा करो, ये इबरतनाक चीज है। और खुदा ताला से दुआ किया करो कि तुम्हारे ईमान को कायम रखे और हम सबको खिलाफत के साथ मुंसलिक रखे, हमें कमजोर लम्हात से बचाए। आमीन सुम्मा आमीन। नहीं तो फिर यही अंजाम होता है कि वो किसी तरफ के नहीं रहते बेचारे, फ्रस्ट्रेशन में फिर ये कुत्ते की मौत मरते हैं, इनका जनाजा पढ़ने वाला कोई नहीं होता। आम सी बात है। सरकारी मुसलमान इनको कहते हैं कादियानी हो, तुम काफिर हो, तुम मुसलमान ही नहीं हो सकता। जे तुम मुसलमान होना पहले अपनी बुढ़ी दा हलाला करवा साडे को, फिर होएगा। अहमदी जो होते हैं इनकी औकात जानते, इन ऐसे गंदे अंडों को हमने पहले जूते मार के बाहर निकाला होता है। तो इसलिए अल्लाह ताला माफ करे, ये बड़ा बुरा इंजाम होता है ऐसे लोगों का। तो ये सबसे बड़ी मिसाल है कि बेचारे का कुछ नहीं है, आता है लग़वियात मुंह से निकालता है, गंद निकालता है, भौंकता है, हालांकि इल्म है, कुरान भी पढ़ता है, ये सारा कुछ करता है, लेकिन उसी मुंह से टट्टी ऊज आउट होनी शुरू हो जाती है इसके मुंह से, उसी जबान से। अपनी उम्र का लिहाज नहीं रखता वो कि इज्जत करवाए, कोई शर्म नहीं, कोई हया नहीं, हर वक्त बिल्कुल नंगा तलंगा चौक में खड़ा हुआ है। इसने तो 2 केले के पत्ते भी नहीं बांधे हुए, एक आगे और एक पीछे, कि हवा से वो भी उड़े, बेशर्म बिल्कुल। तो ये हाल है बेचारे का। ये काम तकरीबन हर ब्राड पे ही हो रहा है। आज तलत मलक की ब्राड पे भी अहमदी आपस में लड़ते रहे, एक दूसरे को गालियां निकालते रहे। 1122 मलक साहब को गालियां निकाल रहा है, मलक साहब उन्होंने गाना काट रहे ने, तेरी मारी तेरी बहन। यार ब्राड पे यही लगा हुआ है। बस यार मलक कैसर इन्हां ने लड़ लड़ के खत्म हो जाना। हुण तुसीं ना इन्हां दा पिछा छੱਡ दिओ, ये आपस विच लड़ लड़ के मर्जियां ने खत्म हो जाना, तुहाडा काम हो गया। तुसीं हुण बस रसूल अल्लाह दे दीन नूं फुलाओ, मक्के चले जाओ, मस्जिद नबवी दे बाहर जाके कवाली करो। आओ करते हैं। आओ मदीने चले, इसी महीने चले। तो तुसीं जेहड़े ना मलक कैसर साहब, तुहाडे नां दे उत्ते इस्लाम जड़ा रजिस्टर होया, तुसीं मालिक हो रसूल अल्लाह दे ते रसूल अल्लाह दे रोज़े दे भी। ये तुसीं उसे ये तो ऐसी कर देते हैं कि वो हाँ जी बंदा, एक तो बंदे को चुप नहीं आती, ये मैंने बड़ा नोट किया है। लंबी लंबी तफसीलें, खामोशी इख्तियार नहीं करते, और दूसरा थोड़ी देर के बाद आपस में लड़ पड़ते हैं। लेकिन देखो जो आपके मुसलमान सरकारी दौर में वो कितनी छोटी छोटी बातें करते हैं। अभी अमन नजीर साहब पूरे दिन को सवाल नहीं लेके बैठे रहे। अभी तारिक चौहान साहब से एक सवाल पूछना था, वो चले ही गए बेचारे। तो उनके पीछे चले जाओ, इधर उधर ही होंगे, किधर ही फोन पे बात कर ले। तारिक चौहान बेचारे ने कितने जाना है? तारिक चौहान साहब ਇੱਥੇ ਹੀ ਰੁਲਦਾ ਖੁਲਦਾ ਹੋਣਾ ਵਿਚਾਰਾ, ਉਹਨੇ ਕਿੱਥੇ ਜਾਣਾ? ਉਹ ਜ਼ਿਆਦਾ ਕੋਈ ਲੋਟਾ ਲੱਭਦਾ ਹੋਣਾ ਤਾਂ ਕਿ ਉਹਦੀ ਟੂਟੀ ਤੇ ਬਹਿ ਜਾਏ। तबलीग जी है ना बहुत ज्यादा आई हुई होती है। अब देखो राना नाशिद साहब बीमार है, लेकिन तबलीग आई हुई है। नहीं तो आपको तबलीग नहीं आई होती, मैं किसी से बात करूँ थे आ जाता, ये क्या बात कर रहे हो, हालांकि अंग्रेजी की तन समझ नहीं आती। और मैं कोई गोरा कोई बंदा था अंग्रेजी के साथ, उसके साथ गुफ्तगू कर रहा था, तो वो यही कि अपना अकीदा बता रहा था। ये मतलब कैसे होता, फौरन पहुंच जाता, ये क्या बात करते जा रहे हो, क्या बात करते जा रहे हो, क्या बात करते जाते हो। मेरा मुंडा मैनू कहंदा है डैड योर इंग्लिश इज हॉरिबल। ते यार बस है कुछ ये कैसरा। और तू सुना, तेरा की हाल है, तेरा इस्लाम कैसे जा रहा है? रसूल अल्लाह तेन खा भी चाहते ने, कहंदे ने कि मतलब कैसर अगला जड़ा नबी पैगंबर है वो तू ही है। तू मेरा ख्याल है पता की है, तू अमरीका नू पैसे दे, ਉਹ ਤੁਹਾਨੂੰ ਖਲਾਅ ਚ ਲੈ ਜਾਣ ਤੇ ਤੈਨੂੰ ਨਾ ਪੈਰਾਸ਼ੂਟ ਦੇ ਜ਼ਰੀਏ ਥੱਲੇ ਢਾ ਦੇਣ, ਤੂੰ 2 ਕੱਛੇ ਪਾ ਲੈ ਪੀਲੇ ਰੰਗ ਦੇ,
بس لوگوں نے کہا لا جی ساڈا عیسیٰ آ گیا. صحیح گل ہے. میں کہنا استغفر اللہ دی کیڑی گل ہے؟ حضرت عیسیٰ نو تھلے نہیں ڈانا. یہ جو قادیانی کافر ہے نا یہ اسی طرح ختم ہوں گے اگر آپ کے حضرت عیسیٰ آسمان سے ٹھہر پڑے. کتابیں کھلتی ہیں تو ان سے کافی فرق پڑتا ہے. یہ دیکھیں ایک حوالہ ہے روحانی یہ والا سنا جی والا ایک منٹ حوالہ سنن تو پہلا میری ایک گل سن لو. گل یہ آ بھی انہاں دا یہ عقیدہ ہے کہ رسول کریم صلی اللہ علیہ وسلم دی حدیث ہے کہ 30 جھوٹے دجال آئیں گے. کذاب اور دجال. کذاب اور دجال آئیں گے. انہاں نوں نہیں پتا بھی انہاں دے وچوں کنے آئے نے کی نام ہے کدی مخالفت کرنی ہے کوئی نہیں پتا ہے گا. تو وڈی گل نہیں پتا ہے گا. چند ایک دے سوال نہیں ایک منٹ میری گل سن ایک منٹ میری گل سنو. تہاڈی گل بڑی دفعہ سنی ہے. گل دیکھو کذاب آنا دجال آنا انہاں نوں نہیں نا دا پتا. گل ہے وی کہ کوئی پتہ نہیں تو انہوں نے مخالفت نہیں کی تھی. مخالفت جڑی انہوں نے اتھی کرنی نا کہ جتنے انہوں نے گریوی نظر آنی ہے. چکر ہے کہ انہوں نے پوچھو کہ رسول اللہ نے کوئی خوشخبری بھی دیتی ہے کوئی چنگی گل بھی سنائی ہے تانوں امت نو کہ بھی تہاڈے چ کوئی نیک بندے بھی آن گے کوئی شہید ہون گے کوئی صدیق ہون گے. نہیں بس یہ کیا کہ یہاں تے لونڈے باز پیدا ہون گے تے یہاں دجال ہون گے تے پھر بھی تسی خیر الامہ ہو. اچھا جی یہ حوالہ سنو بڑا مزیدار حوالہ ہے. حوالہ مزیدار کدی نہیں ہوندا یار. اچھا چلو بھئی سارے چپ رہو حوالہ پڑھ لین دیو تے جواب میں دوں گا اور کوئی نہیں دے گا. لے بھی پڑھ. نہیں وہ جواب میں نے چوہان صاحب سے لینا ہے. چوہان صاحب آگے سنا سانو کد نہیں سنانا پہ. چوہان صاحب وہ غائب کر دیتے نا تسی جی. اول اچھا پیارے بھائی یہ حوالہ ایک سن لیں. پہلے میں سنا دوں نا یار. چل سنا دو تو سنا. اول تو یہ تو چوہان صاحب تے ہے ہی نہیں جنہاں نوں سناونا وا. وہ نیچے بیٹھے سن رہے ہیں نا پھر اوپر آ جائیں. تانوں کیوں سناوندے پے جے نالے تسی کہندے جے میں چوہان نوں سناونے آ. وہ نیچے بیٹھے سن رہے ہیں ابھی اوپر آ جائیں گے ابھی آ جائیں گے. چوہان تھلے بیٹھے ٹٹی کردا پیا. میں چوہان صاحب سے پورا دن بھی بات کرتا رہوں نا وہ کبھی بھی منہ سے کوئی مطلب مجھے میری خواہش ہوتی ہے وہ مجھے تم کر کے بلائیں کیونکہ وہ بڑے ہیں نا عمر میں. میری کیوں تم کر کے بلائے گا لیکن وہ مجھے آپ کر کے بلاتے ہیں. تیرا حمل والا تیرا ہم پیالہ تینوں تم او یار انہوں گل کر لیں تم کیوں اس کو نلیفائی کرتے ہو. میں یہ بات دل کی گہرائیوں سے کر رہا ہوں. سینی صاحب چوہان صاحب کو یہ رانا راشد صاحب کے سگنل لال ہے. ان کا گلا بھی لال ہے کیونکہ ان کو بخار ہے. تو چوہان صاحب سے ایک سوال کر لیں. مجھے اتار رہے تو اتار دیں لے لیں کوئی مسئلہ نہیں. میں سن رہا ہوں. چلیں جی ایک پھر 2 منٹ کا یہ میں تو سن ہی رہا ہوں. اقتباس میں پڑھ دیتا ہوں. یہ سنیں جی. طارق چوہان کو لے لیں آپ. طارق چوہان کو نہیں. طارق چوہان وہ جو نا پادما آ رہا ہے اپنے جمعے کے منہ پہ اوپر اور وہ کہہ رہا کہ میرے ساتھ ہم آئے. پھر کام خراب ہوتا ہے. پیارے بھائیو یہ سن لیں. روحانی خزائن جلد 19 صفحہ نمبر 215 ریویو بر مباحثہ بٹالوی و چکڑالوی. اچھا حضرت مسیح موعود علیہ الصلوۃ والسلام فرماتے ہیں بعض نیم ملا میرے پر اعتراض کر کے کہتے ہیں کہ ہمارے نبی صلی اللہ علیہ وسلم نے ہمیں یہ خوشخبری دے رکھی ہے کہ تم میں 30 دجال آئیں گے اور ہر ایک ان میں سے نبوت کا دعویٰ کرے گا. اور اس کا جواب یہی ہے کہ اے نادانو بد نصیبو کیا تمہاری قسمت میں 30 دجال لکھے ہوئے تھے؟ 14ویں صدی کا خمس بھی گزرنے پر ہے اور خلافت کے چاند نے اپنے کمال کی 14 منزلیں پوری کر لیں جس کی طرف آیت والقمر قدرناہ منازل بھی اس اشارہ کرتی ہے. اور دنیا ختم ہونے لگی مگر تم لوگوں کے دجال ابھی ختم ہونے میں نہیں آتے. شاید تمہاری موت تک تمہارے ساتھ رہیں گے. اے نادانو وہ دجال جو شیطان کہلاتا ہے وہ خود تمہارے اندر ہے اس لیے تم وقت کو نہیں پہچانتے آسمانی نشانوں کو نہیں دیکھتے مگر تم پر ایک افسوس وہ جو میری طرح موسیٰ کے بعد 14ویں صدی میں ظاہر ہوا تھا اس کا نام بھی خبیث یہودیوں نے دجال ہی رکھا تھا. اللہم صلی علی محمد و آل محمد کما صلی تعالی ابراہیم و علی آل ابراہیم. جزاک اللہ نذیر صاحب آپ نے بڑے موقع پہ بڑے ہی اچھا حوالہ پڑھا. یہ میں نے پہلے بھی پڑھا ہوا ہے اور اسی لیے میں یہ عرض کرنے کی کوشش کر رہا تھا کہ کتنی بدقسمت امت ہے یہ کہ ان کو نعوذ باللہ رحمت للعالمین خاتم النبیین نے کوئی اچھی خبر ہی کوئی نہیں تھی.
खबर कह दी है कि अभी तुम्हारी माएं जो हैं सिर्फ दज्जाल और कज़्ज़ाब पैदा करेगी, उनकी कोख में से सिर्फ बेईमान, झूठे, ज़नाकार और दज्जाल और कज़्ज़ाब पैदा होंगे। कोई सालेहीन नहीं पैदा होगा, कोई अच्छा इंसान पैदा करने की उम्मीद ना रख। और तो ये बात आप मिर्जा साहब से पूछे, वो कहते हैं पेशगोइयों के दरवाजे क़यामत तक बंद है। ये बात मिर्जा साहब से पूछे। और सारी बहुत अच्छे, पढ़ो पढ़ो ऐसी तहरीरें और लाके पढ़ो। और मिर्जा साहब कहते हैं कि ना कोई नया आ सकता है ना कोई पुराना। ये है उम्मत हमारी। ये बात मिर्जा साहब से पूछो ना, वो कहते हैं पेशगोइयों के दरवाजे क़यामत तक बंद है। बात तो सुनो ना मेरे भाई, बात ये है कि हज़रत मसीह